अस्सलामुअलैकुम जी, की हाल चाल है दोस्तों? ठीक ठाक हो? खैर खैरियत लो। 16 साल तो इस सैटअप ਨੂੰ ਮੈਂ ਦੇਖ ਰਿਹਾ। ਇਹ ਸਾਰਾ ਬਰੀਡਰ ਕਬੂਤਰਾਂ ਦਾ ਸੈਟਅਪ ਆ ਤੇ ਬੜੇ ਬੜੇ ਖੂਬਸੂਰਤ ਕਬੂਤਰ ਉਸਤਾਦ ਉਹਨਾਂ ਨੇ ਬਣਾਏ। ਬੜੇ ਬੜੇ ਕੁਆਲਿਟੀ ਬਰਡ ਇੱਥੇ ਉਸਤਾਦ ਉਹਨਾਂ ਦੇ ਹੱਥ ਦੇ ਬਣੇ ਆ। ਔਰ ਤੁਹਾਨੂੰ ਮੈਂ ਸ਼ੌਕ ਕਰਾਨਾ, ਪਰ ਕੰਸਟਰਕਸ਼ਨ ਵੀ ਘਰ ਦੇ ਹੋ ਰਹੀ ਹੈ। ਬਾਕੀ ਵੀ ਸਿਲਸਿਲਾ ਦਾ ਮੇਰਾ ਇੱਕ ਖਾਸ ਮਕਸਦ ਸੀ ਕਿ ਕੁਝ ਦੋਸਤ ਸਾਡੇ ਭਾਈ ਨੇ ਕਹਿੰਦੇ ਸਿਆਲਕੋਟ ਦਾ ਮੌਸਮ ਬੜਾ ਨਰਮ ਆ ਔਰ ਜਿੱਦਾਂ ਦਾ ਮਰਜ਼ੀ ਕਬੂਤਰ ਇੱਥੇ ਛੱਡ ਲਓ, ਯਾਨੀ ਦੜਬੀਆਂ ਲਿਆ ਕੇ ਵੀ 150 ਛੱਡ ਲਓ ਤੇ ਉਹ ਵੀ ਜਿਹੜੇ ਸ਼ਾਮ ਤੱਕ ਉੱਡਦੇ ਆ। ਤੇ ਤੁਸੀਂ ਇਸ ਗੱਲ ਦੀ, ਇਸ ਰਾਏ ਤੋਂ ਆਪੋਜ਼ਿਟ ਗੱਲ ਕੀਤੀ। ਤੁਸੀਂ ਕਿਹਾ ਕਿ ਬਈ ਇਹ ਵਾਹਦ ਸ਼ਹਿਰ ਆ ਜਿੱਥੇ ਕਬੂਤਰਬਾਜ਼ੀ ਆ ਕੇ ਕਰਨੀ ਮੁਸ਼ਕਲ ਆ, ਕਿਉਂਕਿ ਇੱਥੇ ਹਵਾ ਦਾ ਖੁਸ਼ਕ ਚੱਲਣਾ, ਹਵਾ ਦਾ ਜ਼ੋਰ ਔਰ ਦਿਨ ਦੇ ਵਿੱਚ 2-3 ਦਫਾ ਮੌਸਮ ਦਾ ਬਦਲ ਜਾਣਾ, ਇਹ ਫਿਤਰਤ ਆ ਇੱਥੇ ਦੀ। ਔਰ ਜ਼ਾਹਰੀ ਗੱਲ ਹੈ ਕਿ ਜਦੋਂ ਮੌਸਮ ਨੇ ਨਾਲ ਸਾਥ ਨਹੀਂ ਦੇਣਾ ਤੇ ਫਿਰ ਕਬੂਤਰਾਂ ਨੇ ਤੇ ਮੌਸਮ ਨੂੰ ਦੇਖ ਕੇ ਹੀ ਉੱਡਣਾ ਨਾ। ਆਖਰ ਸਾਲ ਹੀ ਚੀਜ਼ ਹੈ, ਇਹਨੇ ਉਹਦੇ ਮੁਤਾਬਕ ਚੱਲਣਾ। ਤੇ ਕੀ ਕਹਿਣਾ ਚਾਹੋਗੇ? ਮੌਸਮ ਨਾਰਮਲ ਰਹੇ, ਸਿੱਧਾ ਰਹੇ, ਮਤਲਬ ਆਸ਼ਾ ਕਰਦੇ ਜੀ। ਕਬੂਤਰ ਸ਼ਾਮਾਂ ਫਿਰ ਕਰਦੇ ਨੇ। ਅੱਛਾ ਜੀ। ਇਤਨੇ ਇਲਾਕੇ ਨੇ ਤਾਂ ਕਬੂਤਰ ਜ਼ਿਆਦਾ ਕਿਉਂ ਪਰਫਾਰਮ ਕਰਦੇ ਆ? ਹਾਂਜੀ। ਇਹਦੀ ਵਜ੍ਹਾ ਤੇ ਕਰਦੇ ਨੇ ਕਿ ਉੱਥੇ ਹਵਾ ਦਾ ਕੋਈ ਬਹੁਤ ਘੱਟ ਹੈ। ਤੇ ਬਸ ਇੱਥੇ ਜਿਹੜਾ ਜਿਨ੍ਹਾਂ ਨੇ ਮਾਹੌਲ ਵੇਖਿਆ, ਮੀਰ ਮੁਖਤਾਰ ਸਾਹਿਬ ਵੇਖ ਕੇ ਜੇ ਨਾ ਮਾਹੌਲ ਹਾਂਜੀ ਪਤਾ ਲੱਗ ਗਿਆ। ਅੱਛਾ ਜੀ। ਉਹ ਨਵਾਂ ਦੇ ਮੈਨੂੰ ਕਿਸੇ ਦੀ ਗੱਲ ਨਹੀਂ ਹੋਈ। ਸਾਰੀਆਂ ਆ ਕੇ ਬਹਿ ਕੇ ਉਹਨਾਂ ਨੇ ਮੌਸਮ ਦੇ ਹਾਲ ਵੇਖੇ ਨੇ। ਮੈਂ ਤਾਂ ਸੁਣਿਆ ਕਹਿੰਦੇ ਹੈ ਯਾਰ ਆ ਪਤਾ ਨਹੀਂ ਲੱਗਦਾ ਕਿੱਧਰੋਂ ਬਦਲੀ ਆ ਜਾਂਦੀ ਹੈ, ਕੀ ਕਰਦੀ ਹੈ, ਕਬੂਤਰ ਲੈ ਜਾਂਦੀ ਹੈ। ਸਹੀ। ਉਹਨਾਂ ਇਸ ਮਾਹੌਲ ਨੂੰ ਨਹੀਂ ਸੀ, ਉਹ ਨਾ ਆ ਕੇ ਵੇਖ ਕੇ ਗਏ ਨੇ। ਉਹਨਾਂ ਨੂੰ ਸਵਾਲ ਕਰ ਲਿਆ, ਕਦੀ ਪੁੱਛਿਆ? ਮੈਂ ਪੁੱਛਾਂਗਾ ਇਨਸ਼ਾਅੱਲਾ। ਮਾਹੌਲ कैसा ਉਹਨਾਂ ਨੂੰ। ਉਸਤਾਦ ਜੀ, ਦੂਸਰੀ ਜਿਹੜੀ ਗੱਲ ਹੈ, ਜਿਹੜੇ ਤੁਸੀਂ ਸ਼ਰਮੀਲੇ ਕਬੂਤਰ ਬਣਾਏ, ਜਿਹੜੇ ਸੁਰਖੇ ਬਣਾਏ, ਕਾਲੇ ਬਣਾਏ, ਇੱਕ ਵੀਡੀਓ ਵਾਇਰਲ ਹੋਈ ਹੈ, ਤੇ ਜਿਹੜੇ ਲਾਲ ਕਬੂਤਰ ਤੁਸੀਂ ਬਣਾ ਕੇ ਉਡਾ ਰਹੇ ਹੋ, ਉਹਦਾ ਕੋਈ ਮਾਂ ਪਿਓ, ਉਹਦਾ ਕੋਈ ਭਰਾ ਪੁੱਤਰ, ਉਹਦਾ ਤਾਂ ਸ਼ੌਕ ਕਰਾਓ। ਅਸੀਂ ਵੀ ਦੇਖੀਏ ਕਿ ਇਹ ਕਿਹੜੇ ਲਾਲ ਨੇ ਜਿਹੜੇ ਸ਼ਾਮਾਂ ਪਾਣ ਡਏ ਨੇ, ਜਦ ਕਿ ਤੁਹਾਡਾ ਕਹਿਣਾ ਕਿ ਮੇਰੇ ਕਬੂਤਰਾਂ ਦੇ ਵਿੱਚ ਇਹਨਾਂ ਦੇ ਖੂਨ ਸ਼ਾਮਲ ਆ, ਜਿਹਦੀ ਵਜ੍ਹਾ ਤੋਂ ਇਹਦੀ ਪਰਫਾਰਮ ਸ਼ਾਮਲ ਕੀਤਾ ਨਾ। ਪਹਿਲਾਂ ਤਾਂ ਖਾਸ ਖਾਲ ਸੀ। ਹਾਂਜੀ। ਇਹਨਾਂ ਹੁਣ ਕਾਲੇ ਵਾਲ ਹੀ ਜੋ ਤੁਸੀਂ ਦਿਖਾਣਾ ਅੱਜ ਆਪਣੇ ਸ਼ੌਕ ਵਾਲਾ ਦਿਖਾ ਲਿਓ ਸਾਨੂੰ। ਮੈਂ ਫੈਸਲ ਭਾਈ ਹੈ ਉਸਤਾਦ ਨੂੰ ਕੋਲ ਆ ਕੇ ਬੈਠਾ, 2008-9 ਦੀ ਗੱਲ ਹੈ। ਮੈਂ ਕਿਹਾ ਉਸਤਾਦ ਜੀ ਤੁਹਾਡੇ ਨਾ ਜ਼ੀਰੇ ਬੜੇ ਮਸ਼ਹੂਰ ਆ, ਮੈਨੂੰ ਵੀ ਦਿਓ ਜ਼ੀਰੇ। ਤੇ ਉਸਤਾਦ ਉਹਨਾਂ ਨੇ ਸ਼ੱਕਰ ਨੂੰ ਕਿਹਾ ਸਫੈਦ ਜ਼ੀਰਾ ਤੇ ਕਾਲੀ ਜ਼ੀਰੀ ਜਿਹੜੀ ਨਾ ਛਾਪਰ ਚ ਪਾ ਦੇ। ਜ਼ੀਰੇ ਨਹੀਂ ਸੀ ਨਾ ਦੇਣੇ ਕਬੂਤਰ, ਉਹ ਜ਼ੀਰਾ, ਸਫੈਦ ਜ਼ੀਰਾ ਤੇ ਕਾਲੀ ਜ਼ੀਰੀ, ਇਹ ਉਸਤਾਦ ਉਹਨਾਂ ਨੇ ਨਾ ਜਾਣ ਲੱਗਿਆ ਛਾਪਰ ਚ ਪਾਈ। ਉਹ ਅੱਜ ਤੱਕ ਮੇਰੇ ਕੋਲ ਖੁੱਡੇ ਮੈਂ ਰੱਖੀ ਇਹਨਾਂ ਦਾ ਨਾਂ ਲਾ ਕੇ। ਤੇ ਬੜੇ ਆਲਾ ਕਬੂਤਰ ਇਹਨਾਂ ਨੇ ਬਣਾਏ ਆ। ਔਰ ਇਹ ਬਾਹਰ ਐਸੇ ਕਾਰੀਗਰ ਹੋਏ ਆ ਜਿਹੜੇ ਜਿਨ੍ਹਾਂ ਨੇ ਕਬੂਤਰ ਦਾ ਕੁੰਦੇ ਨੂੰ ਖੋਲ੍ਹਣ ਦਾ ਅੰਦਾਜ਼ ਹੀ ਮੁਖਤਲਿਫ ਹੈ। ਇਹ ਖੋਲਦੇ ਨੇ ਤੇ ਫਿਰ ਪੂਰਾ ਖੋਲ ਦਿੰਦੇ ਨੇ, ਐਸਾ ਫਰਕ ਹੁੰਦਾ। ਚੱਲਨੇ ਕੰਮ ਤੇਜ਼ ਹੋ ਗਿਆ ਜੀ। ਬੈਠ ਜਾਓ ਆਪਣਾ। ਗੱਲ ਵੱਧ ਗਈ ਆ ਸਾਡੀ ਗੱਲ ਵਾਕਈ ਵੱਧ ਗਈ ਕੀ ਆਂਦਾ ਉਹਨੂੰ ਨਾਂ ਲੈਂਦਾ ਜੀ। ਦੋਸਤੋ, ਮੈਂ ਤੁਹਾਨੂੰ ਹੁਣ ਅੱਖ ਦਾ ਸ਼ੌਕ ਕਰਾਉਣ ਲੱਗਾ। ਇਸ ਤੋਂ ਪਹਿਲੇ ਇੰਨੀ ਡਿਟੇਲ ਦੇ ਵਿੱਚ ਅੱਲਾ ਦੀ ਰਹਿਮਤ ਨਾਲ ਤੁਸੀਂ ਇਹਨਾਂ ਕਬੂਤਰਾਂ ਦੀਆਂ ਅੱਖਾਂ ਜਾਂ ਆਈਜ਼ ਕਲੋਜ਼ਅਪ ਪਹਿਲੇ ਨਹੀਂ ਦੇਖੇ ਹੋਣਗੇ। ਕਰੀਬ ਕਰੋ, ਬਿਲकुल आईज ही हो पूरे इस पे, करीब कर लो फोन, ऐसे क्लिक करो। लो जी, देखो ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੀ ਸਿਮਟ ਢੱਕ ਦੀਆਂ, ਕਲਿੱਕ ਕਰੋ। ਦੋਸਤੋ, ਇਹ ਨੇ ਸ਼ਰਮੀਲੇ ਕਬੂਤਰ। दूर करो जी जरा, सिर्फ फेस आए। साजी ਇਹਦੀਆਂ ਕੀ ਪਰਵਾਜ਼ਾਂ ਨੇ ਇਸ ਖਾਨਦਾਨ ਦੀਆਂ, ਇਸ ਖੂਨ ਦੀਆਂ? ਇਹ ਕੈਮਰਾ ਤੁਹਾਡੇ ਵੱਲ ਕਰਾਂਗਾ ਮੈਂ, ਫਿਰ ਤੁਸੀਂ ਜੀ। ਦੋਸਤੋ, ਇੱਧਰ ਤੁਸੀਂ ਕੁੰਦਿਆਂ ਦੀਆਂ ਲੈਂਥਾਂ ਦੇਖੋ। ਗੱਲਾਂ ਲੈਂਥਾਂ ਦੀਆਂ ਹੋ ਰਹੀਆਂ ਸੀ ਦੂਸਰੇ ਇੰਟਰਵਿਊ ਦੇ ਵਿੱਚ। ਹਾਲੇ ਥੋੜਾ ਜਿਹਾ ਨਾ ਇੱਥੇ ਪਰਾਂ ਦਾ ਪ੍ਰੋਬਲਮ ਆ ਰਿਹਾ ਸੀ ਕਬੂਤਰਾਂ ਨੂੰ, ਤੇ ਲੇਕਿਨ ਫਿਰ ਵੀ ਪੂਰਾ ਦਿਖਾਣਾ ਬੇਟਾ ਜੀ। ਪੂਰਾ ਫਸਲ ਨੂੰ ਬੜਾ ਨਹੀਂ ਇੱਥੇ ਕਰ। ਓਕੇ, ਫਸਲ ਨੂੰ ਬੜਾ ਤੇ ਮੁਕਾਮ दूर कर थोड़ा सा, अच्छा बस।
पैसा फड़ो यार बताओ चलो लो जी मज़ा आया कबूतर देख के तुसी देखो तुहानू कैसा लगा उसा जी 1 मिनट इन्हूं ते पूरा बस बस तू रख ते इत्थे एक स्क्रीनशॉट ले लेना आंदा तैनूं अच्छा दोस्तों इस कबूतर का ना एक स्क्रीनशॉट लैके ते मेरे नंबर के उत्ते WhatsApp करो इत्थे और ये मैं चोरी साहब नूं देंगा फोटो इंशाल्लाह ये अपनी ID ते अपलोड करनगे इस कबूतर दी इन्ने क गाटे दी तस्वीर इत्थे माशाल्लाह क्या बात बहुत आला जी साहब जैसे क्यों है कि नसी वाला उस्ताद जी मैं तो अगे कह रहा तुसी सारे हाँ जी बहुत ज्यादा लाली है हाँ जी ਇਹਦੇ ਵਿੱਚ ਖੂਨ ਹੈ ਜਿਹੜੀ ਇਹਦੀ ਮਾਂ ਹੈ दूसरा भी हथ फोन बना ला ਰਾਤ ਰਹਿ ਗਿਆ ਕਿਹੜਾ 2.5 ਰੁਪਏ ਦੀ जी दोस्तों देखो अखा दे विच रिंग कितने जबरदस्त ने और जमीन कितनी ब्राइट है अख दे विच अख दी गुलाई देखो पलका देखो तुसी किस तरह गोल ने तिखियां नहीं है और चुंझ नहीं बनी हुई पलकां दी और मैं चोरी साहब दे तकरीबन कोई बेशुमार कबूतर देखे आ घट ही कबूतर ऐसा देखा जिहदी अख दे विच रिंग ना होवे रिंग नूं बनाना बना के रखना अगे चलाना ये मतलब इन्हां दी कबूतरां दी रेसिपी दे विच मैं नोट कीती ये गल दूर करो भाई जरा और इंशाल्लाह इन्नी अच्छी रेजोल्यूशन दे नाल इन्नी अच्छी पिक्चर क्वालिटी दे नाल इस तो पहले इस लैवल का इंशाल्लाह तुहानूं शौक नहीं नज़र आएगा दूर करो जरा जी ਕਲਸਰੀਆਂ ਨਹੀਂ ਹੋਣੀਆਂ ਨੇ ਕੁੜਤਾ ਝਾੜ ਛੜੋ ਉਹਨੇ ਹੀ ਝਾੜ ਕੇ ਤੇ जी दोस्तों ਇਹਦਾ ਵੀ ਸਕਰੀਨਸ਼ਾਟ ਭੇਜ ਦੇਣਾ और इस कबूतर के कुंदे ने बड़ा मुतासर किया ਇਹਦੀ बॉडी ने ਇਹਦੀ लेंथ ने आ मेरा हाथ देख रहे हो तुसी पूरा खुला होया ठीक है जी आ देखो ए मैं ਇਹਦੇ ਇੱਥੇ ਕੰਡ ਦੇ ਉੱਤੇ ਰੱਖ ਕੇ पूरा नापिया ठीक है इस दे बावजूद भी ये 3 ਉਂਗਲਾਂ 3 इंच ਦਾ ਇਹਦੇ ਕੋਲ साइज है एक्स्ट्रा और मैं ਤੁਹਾਨੂੰ ਇਹਦੇ ਪਰਾਂ ਦੀ ਲੈਂਥ ਦਿਖਾਣਾ ਦੇਖੋ ਤੁਸੀਂ ਕਾਲੇ ਦੇ ਪੰਜੇ ਦੇ ਬਹਾਓ ਜਿਹੜਾ ਪਹਿਲਾਂ ਹੈ ਜੀ ਇਹਦਾ ਪੰਜੇ ਚੈੱਕ ਕਰੋ ਕਾਜੀ ਪੰਜਿਆਂ ਨਾਲ ਕੀ ਹੁੰਦਾ ਪੰਜਿਆਂ ਨਾਲ ਹੀ ਸਾਰਾ ਕੁਝ ਹੁੰਦਾ ਪੈਰ ਹੀ ਨਾ ਸੋਹਣੇ ਹੋਣ ਤੇ ਸਿਰ ਕਿੱਥੋਂ ਸੋਹਣਾ ਹੋਣਾ क्या बात वो 84 वाला पै गया शायद इस करके ਜਦੋਂ ਕੁੜੀ ਜਾਂਦੀ ਹੁੰਦੀ हाँ जी ਉਹਦੇ ਕੋਈ ਪੈਰਾਂ ਨਾਲ ਕਿਉਂ ਮਾਰਦਾ हाँ जी उस्ताद जी ए देखो जी दोस्तों कुंदा कैसा और ਪਸੰਦ ਆਈ लो जी ਇਹਦਾ ਵੀ ਇੱਕ ਸਕਰੀਨਸ਼ਾਟ ਪਰਾਂ ਦਾ ਪਲੀਜ਼ ਮੇਰੇ ਨਾਲ ਜ਼ਰੂਰ ਸ਼ੇਅਰ ਕਰਨਾ ਔਰ ਮੈਂ ਤੁਹਾਨੂੰ ਬੜੀ ਡਿਟੇਲ ਨਾਲ ਇਹਨਾਂ ਦੇ ਕਬੂਤਰਾਂ ਦਾ ਸ਼ੌਕ ਕਰਵਾ ਰਿਹਾ ਪਰਾਂ ਦੀ ਗਹਿਰਾਈ ਦੇਖੋ ਤੁਸੀਂ ਲੈਂਥ ਦੇਖੋ ਉੱਤੋਂ ਸ਼ੇਪ ਦੇਖੋ और सारे परां जितनी की स्पीड है जी कि मेरा नहीं ख्याल कि जिंदगी च उठे तो गेड़ा मार के बह जाए जो भी उठेंगे इंशाल्लाह उड़ के ही बहनगे इस इन्हां परां दे इन्नी पावर दे मालक है कबूतर और नस्लां सवार दे नाल है कबूतर ने माशाल्लाह साध होना ने इन्हां नूं बनाया और छोटा साइज नहीं है इहदा मेरा हाथ पूरे दे विच मैं पूरी पावर नाल इहनूं फड़िया देखो यह मेरा हाथ है पूरा यह इन्हां नूं पूरा विच ऐड कीता ते इस पासे नज़र नहीं आ रहा हाथ यह मोटाई है इन्हां दी ਇਹ ਇਹਨਾਂ ਦੀ मतलब जिसामत है ਬੱਕਰੀ ਕਾਲੀ ਆ ਤਰ ਗਿਆ ਤਰ ਗਿਆ ਲਾਈਵ ਚਲਾ ਭਾਈ ਦੇਖੇ ਰਿਜ਼ਲਟ ਠੀਕ ਆ ਰਿਹਾ ਤਰ ਗਿਆ ਮੈਦਾਨ ਨਹੀਂ ਪੱਕਾ ਜਾ ਉਹ ਸਾਹਮਣੇ ਕਿਤੇ ਜਾ ਲਾਈਵ ਚਲਾ ਰਿਜ਼ਲਟ ਠੀਕ ਆ जी उस्ताद जी क्या बात है ਹੈਲੋ एक मिनट इधरों पहले ਮੇਰਾ ਨਾ ਅਸੀਂ ਹੋਰ ਥੋੜਾ ਜਿਹਾ ਰਿਵਰਸ ਗੇਅਰ ਲਾਇਆ अच्छा जी ਇਹਨਾਂ ਨੂੰ ਹੋਰ ਸਿਆਲਕੋਟੀ ਮਤਲਬ ਉਹਨੂੰ ਪਿਓਰਟੀ ਚ ਲਿਆਂਦਾ ਛੱਤ ਵਾਲੀ ਮਾਦੀ ਲਾ ਕੇ ਨਾ ਆਪਣੇ ਸਮੇਲੇ ਵੀ ਪਰ ਸਿਆਲਕੋਟੀ ਨੇ ਪਰ ਹੋਰ ਇਹਨੂੰ ਥੋੜਾ ਜਿਹਾ ਪੈਕ ਲਿਆਂਦਾ ਅੱਖ ਚੈੱਕ ਕਰੋ ਅੱਖਾਂ ਚੈੱਕ ਕਰੋ अजे तो पैदल घर आ जाने वाले आ
ਇੰਨੀਆਂ ਅਕਲਾਂ ਦੇ ਮਾਲਕ। ਸਿਆਲਕੋਟ ਦੇ ਕਬੂਤਰਾਂ ਦੇ ਅਸੀਂ ਐਵੇਂ ਨਹੀਂ ਆਪਣੇ ਨਵੇਂ ਲਿਆਓ ਮੈਂ ਸ਼ੌਕ ਵੀਵਰ ਨੂੰ ਜੀ ਸਿੱਧੀ ਮੱਤ ਦਿੰਦੇ, ਸਿੱਧਾ ਰਸਤਾ ਵਿਖਾਉਂਦੇ। ਜੀ ਇਹ ਨੇ ਕਬੂਤਰ ਜਿਹੜੇ ਬੁਨਿਆਦ ਬਣਾਉਂਦੇ ਨੇ, ਕਬੂਤਰਾਂ ਦੀ ਬੁਨਿਆਦ ਹੈਗੇ। ਕੋਈ ਸ਼ੱਕ ਨਹੀਂ ਜੀ ਦੋਸਤੋ, ਮੈਂ ਤੁਹਾਨੂੰ ਇਹਦਾ ਜ਼ਰਾ ਸ਼ੌਕ ਕਰਾਉਣਾ ਫੜ ਕੇ ਦਿਖਾਓ ਜੀ। ਟਿਸ਼ੂ ਵੀ ਲਿਆ ਮਤਲਬ ਬਲਕੇ ਦਾ ਥੱਲੇ ਡੱਬਾ। ਇਹ ਮਾਦੀ ਹੈ ਸਾਜੀ ਪੱਠੀ ਹੈ ਜੀ ਦੋਸਤੋ, ਦੇਖੋ ਇਹਦਾ ਮੂੰਹ, ਇਹਦੀ ਪਲਕ ਤੁਸੀਂ ਦੇਖੋ, ਸਪੈਸ਼ਲੀ ਦੇਖਣ ਵਾਲੀ ਜਿਹੜੀ ਚੀਜ਼ ਹੈ। ਔਰ ਇਹਦੀ ਨੋਕ ਦਾ ਕਲਰ ਵੀ ਤੁਸੀਂ ਦੇਖੋ। ਇਹ ਕਬੂਤਰ ਜਿਹੜੇ ਨਾ ਹਾਰਡ ਵੇਵ ਦੇ ਵਿੱਚ ਵੀ ਇਹ ਕਬੂਤਰ ਕੰਮ ਕਰਦੇ ਨੇ। ਇਹਨਾਂ ਨੋਕਾਂ ਦੇ, ਇਹ ਨੋਕਾਂ ਦੇ ਕਲਰ ਬੜੇ ਖਾਸ ਕਲਰ ਨੇ ਇਹਨਾਂ ਦੇ, ਔਰ ਤਿੱਖੇ ਨੇ। ਦੇਖੋ ਤੁਸੀਂ ਮੂੰਹ ਕੈਸਾ ਉਹਨਾਂ ਦਾ, ਉੱਪਰ ਦੀ ਚੁੰਝ ਦਾ ਸਟਾਈਲ ਦੇਖੋ। ਕਿੱਥੇ ਲੱਗ ਇਹ ਕੱਪ ਜੀ ਦੋਸਤੋ, ਇਹਦਾ ਪਾਰਕ ਹੁੰਦਾ ਦੇਖੋ। ਪਾਰਕ ਨਹੀਂ ਹੈ। ਸਿਆਲਕੋਟੀ ਫਾਰਮ ਦੇ ਵਿੱਚ ਆਉਣ ਦੇ ਬਾਵਜੂਦ ਵੀ ਉਹਨੇ ਆਪਣੀ ਪਰਾਂ ਦੀ ਤੇਜ਼ੀ ਨਹੀਂ ਛੱਡੀ। ਬਹੁਤ ਹੀ ਅੱਛੀ ਕਬੂਤਰੀ ਬਣੀ। ਜੀ ਭਾਈ ਦਾ ਸਾਜੀ ਹੈ। ਬੜੇ ਨੇ ਨਾ ਕਦੇ ਸਾਜੀ ਕੋਈ ਜ਼ੀਰਾ ਕਬੂਤਰ ਦਾ ਤੇ ਸ਼ੌਕ ਕਰੋ, ਪਿਓਰ ਜ਼ੀਰੇ ਦਾ। ਕਰਾ ਲੈਂਦੇ ਆ ਬਾਬਾ, ਸਾਰਿਆਂ ਨੇ ਕਰਾ ਦਿੰਦੇ ਆ। ਕਾਲੇ ਦਾ ਵੇਖ ਲੈ, 100 ਕਰਾਉਣ ਦਾ ਦਿਹਾੜੀ ਚਾਹੀਦੀ ਹੈ। ਹੁਣ ਨੂੰ ਆਇਆ ਲੇਟ ਤਾਂ ਕੀ ਕਰੀਏ। ਇਹ ਤੇ ਹੈ। ਇੱਕ ਕਬੂਤਰ ਨੂੰ ਮੈਂ 10 ਮਿੰਟ 5 ਮਿੰਟ ਮੈਨੂੰ ਵੀ ਟਾਈਮ ਦੇ ਤਾਂ ਕਿੱਥੇ ਟਾਈਮ ਜਾਣਾ। ਉਸਤਾਦ ਜੀ ਇਹ ਇੰਟਰਵਿਊ ਮੈਂ ਕਰ ਦੇਣਾ। ਲਾਲ ਪਰੀ ਦਾ ਦਾਣਾ ਵੀ ਪਾ ਰਹੇ ਠੀਕ ਹੈ ਦੇਖੋ। ਨਹੀਂ ਉਤੋਂ ਜਿਹੜਾ ਨਾ ਕੋਈ ਸੁਰਖੇ ਲੈ ਗਿਆ ਦਾ ਜਿਹੜਾ ਬਰੀਕ ਜਿਹੇ ਜਿਹੜੇ ਲਾਲ पंजे ਵੱਡੇ ਹੀ ਵੱਡੇ इसके पंजे ਲਾਇਆ ਥੱਲੇ ਰੱਖ ਕੇ ਜਦੋਂ ਗਿਆ ਨਹੀਂ ਮੈਂ ਤਾਂ ਲੈ ਲਿਆ ਥੱਲੇ ਆਰਾਮ ਨਾਲ। ਕੀ ਡਰਾਮਾ ਕਰਦੇ ਪਏ ਹੋ? ਉਸਤਾਦ ਜੀ ਕਬੂਤਰ ਦੇ ਸੀਨੇ ਦੇ ਹਵਾਲੇ ਨਾਲ ਕੀ ਕਹਿਣਾ ਚਾਹੋਗੇ? ਸੀਨੇ ਦੇ ਕਬੂਤਰ ਦਾ ਜਿਹੜਾ ਫੰਕਸ਼ਨ ਹੈ ਉਹ ਫੰਕਸ਼ਨ ਕੀ ਹੈ? ਸਾਹਮਣੇ ਆ ਜਾਓ। ਇਹ ਜਿਹੜਾ ਫਰੰਟ ਹੈ ਕਬੂਤਰ ਦਾ, ਇਹਦੀ ਮੂਵਮੈਂਟ ਦੇ ਹਵਾਲੇ ਨਾਲ ਇਹਨੂੰ ਤੁਸੀਂ ਕੀ ਕਹਿੰਦੇ ਹੋ? ਇਹਦੀ ਵਰਕਿੰਗ ਦੇ ਹਵਾਲੇ ਨਾਲ ਇਹਦਾ ਰੋਲ ਕੀ ਹੈ? ਇਹਦਾ ਅਸਰ ਮਸਾ ਮੈਨੂੰ ਹੱਡੀਆਂ ਨਜ਼ਰ ਆਉਂਦੀਆਂ, ਹੱਡੀਆਂ ਨੂੰ ਹੱਥ ਲੱਗਦਾ ਪਿਆ। ਮਸਾ ਇਹ ਜਿਹੜੀ ਪ੍ਰੋਫੈਸ਼ਨ ਦੀ ਨਿਸ਼ਾਨੀ ਹੈਗਾ ਤੇ ਇਹ ਤਾਂ ਖਿਲ ਰਿਹਾ ਨਹੀਂ ਮਾਸ, ਮਤਲਬ ਓਵਰ ਵੇਟ ਨਹੀਂ ਹੋਇਆ। ਹਾਂਜੀ, ਜਿਹੜੇ ਵੇਟਰ ਕਬੂਤਰ ਨੇ ਉਹਨਾਂ ਦਾ ਇੱਥੇ ਇੰਜ ਉਭਰਿਆ ਹੁੰਦਾ ਸਹੀ। ਉਹ ਕਬੂਤਰ ਜਿਹੜੇ ਪਰਿਵਾਰ ਨਹੀਂ ਕਰ ਸਕਦਾ, ਵਿਵਾਹ ਚ ਉਹਨਾਂ ਨੂੰ ਥੱਕ ਛੇਤੀ ਜਾਂਦਾ। ਔਰ ਬਾਕੀ ਇਹਦੇ ਵਿੱਚ ਸੁਰਖਾ ਅੱਛਾ ਤੇ ਜੀ, ਜੀਰਾ ਪਾ ਰਿਹਾ। ਸੁਰਖਾ ਜੀਰਾ। ਅੱਛਾ, ਜੀਰੇ ਜਿਹੜੇ ਸਾਡੇ ਪੁਰਾਣੇ ਉੱਡਦੇ ਸੀ ਉਹ ਗ੍ਰੇ ਦੇ ਸੁਰਖੇ ਜਿਹੜੇ ਹਾਂਜੀ ਤੁਸੀਂ ਉਹਨੂੰ ਦਿਖਾਓ, ਹਾਂਜੀ। ਉਹਨਾਂ ਦੋਵਾਂ ਦਾ ਮਿਲਾਪ ਹੈ। ਬਿਲਕੁਲ, ਸ਼ਾਇਦ ਤਸਵੀਰਾਂ ਹੋਣ ਵੱਡਾ ਸੀਗਾ ਤੇ ਛੋਟਾ ਸੀਗਾ। ਛੱਡ ਕੇ ਬਾਤ ਸਾਹਮਣੇ ਪਰਲੇ ਕੀ ਕਹਿੰਦੇ ਨੇ ਬੰਦੇ? ਅਸਲਾਮ ਵਾਲੇਕੁਮ ਸਭ ਨੂੰ, ਕੀ ਹਾਲ ਹੈ ਸਭ ਦਾ? ਖਰੀਦ ਤੇ ਕਿੰਨੇ ਬੰਦੇ ਵੇਖਣ ਦੇ? ਅੱਲਾਹ ਤਾਲਾ ਜੀ ਸਭ ਨੂੰ ਖੁਸ਼ ਰੱਖੇ। 370 ਤੇ ਜਿੰਨੇ ਵੀ ਵੇਖਦੇ ਪਏ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਮੈਸੇਜ ਦਿਆ ਕਿ ਸਿਗਰਟ ਜਿਹੜਾ ਪੀਂਦਾ ਸਿਗਰਟ ਨਾ ਪੀਓ। ਫਜਰ ਵੇਲੇ ਉੱਠੋ, ਉੱਠ ਕੇ ਨਮਾਜ਼ ਪੜ੍ਹੋ, ਨਮਾਜ਼ ਪੜ੍ਹ ਕੇ ਸੈਰ ਕਰੋ, ਘੰਟਾ ਦੋ ਹੀ ਲਾਇਕ ਹੈ ਜੀ। ਆਪਣੇ ਆਪ ਨੂੰ ਫਿੱਟ ਰੱਖੋ ਤਾਂ ਕਿ ਤੁਹਾਡੀ ਲਾਈਫ ਦੇ ਵਿੱਚ ਮੂੰਹ 'ਚ ਬਦਬੂ ਨਾ ਆਏ ਸਿਗਰਟ ਪੀਣ ਦੀ ਵਜ੍ਹਾ ਨਾਲ।
ਤੇ ਤੁਹਾਡੀ ਬੇਗਮ ਵੀ ਖੁਸ਼ ਰਵੇ ਤੇ ਜਦੋਂ ਨੇੜੇ ਜਾਂਦੇ ਆ ਕੇ ਮੂੰਹ ਪਰਾਂ ਕਰ ਤੇ ਫਿਰ ਬੇਇੱਜ਼ਤੀ ਹੁੰਦੀ ਹੈ। ਇਸ ਵਾਸਤੇ ਸਿਗਰਟ ਪੀਣਾ ਜਿਹੜਾ ਹੈ ਨਾ ਇਹ ਜਾਨਵਰ ਜਿਹੜੇ ਨੇ ਨਾ ਗਾਂ ਮੱਝ ਘੋੜਾ ਜਿਹਨੂੰ ਮਰਜ਼ੀ ਤੰਬਾਕੂ ਦਾ ਬੂਟਾ ਪਾ ਦੇ ਉਹਨੂੰ ਖਾਏਗਾ, ਭੁੱਖਾ ਮਰ ਜਾਏਗਾ, ਨਹੀਂ ਖਾਏਗਾ। ਤੇ ਯਾਰ ਅਸੀਂ ਜਾਨਵਰਾਂ ਤੋਂ ਵੀ ਬੇਗੁਜ਼ਰੇ ਹੈਗੇ। ਸਾਨੂੰ ਉਹਨਾਂ ਨੇ ਇੰਨੀ ਸਮਝ ਦਿੱਤੀ, ਬੋਲਣ ਦੀ ਸਿਫਤ ਦਿੱਤੀ, ਸਮਝਣ ਦੀ ਸਿਫਤ ਦਿੱਤੀ ਤੇ ਫਿਰ ਅਸੀਂ ਪਾਗਲਪਨ, ਫਿਰ ਅਸੀਂ ਸ਼ੈਤਾਨ ਦੇ ਆਖੇ ਲੱਗਦੇ। ਅਸੀਂ ਜਾਨਵਰ ਵੀ ਨਹੀਂ ਹੈਗੇ, ਇਹਦਾ ਮਤਲਬ ਹੈਗਾ ਫਿਰ ਜਾਨਵਰਾਂ ਤੋਂ ਵੀ ਅਸੀਂ ਰਹੇ ਗੁਜ਼ਰੇ ਹੈਗੇ। ਇਹ ਮਿਰਚਾਂ ਨੇ ਨਾ, ਇਹ ਜਿਹੜੀ ਮਿਰਚਾਂ ਹੀ ਖਾ ਖਾ ਮਰਨ ਦੇ ਆ, ਮੇਦੇ ਖਰਾਬ ਕਰ ਲੈਣ, ਅਲਸਰ ਹੋ ਗਏ ਮੇਦੇ ਮਿਰਚਾਂ ਖਾ ਖਾ। ਪੱਠਿਆਂ ਦੇ ਵਿੱਚ ਕੁਤਰ ਦਿਓ, ਬਰੀਕ ਬਰੀਕ ਕਰ ਦਿਓ, ਮੱਝਾਂ ਨੂੰ ਪਾ ਦਿਓ, ਗਾਵਾਂ ਨੂੰ ਪਾ ਦਿਓ, ਜ਼ੁਬਾਨ ਨਾਲ ਲਹਿਦਾ ਕਰ ਦੇਣਗੀਆਂ, ਉਹ ਨਹੀਂ ਖਾਣਗੀਆਂ, ਪੱਠੇ ਖਾਣਗੀਆਂ। ਜਿੰਨੀਆਂ ਤੁਸੀਂ ਪਾਓਗੇ ਭਾਵੇਂ ਕੁਤਰੀਆਂ ਵੀ ਹੋਣਗੀਆਂ, ਜਦੋਂ ਖਾ ਲੈਣਗੀਆਂ ਸਾਰੇ ਉਦੋਂ ਗਿਣ ਲੈਣਾ ਪੂਰੀਆਂ ਤੇ ਪੂਰੀਆਂ ਹੋਣਗੀਆਂ। ਇੱਕ ਇੰਨਾ ਕਤਰਾ ਵੀ ਨਹੀਂ ਉਹਨਾਂ ਖਾਧਾ। ਤੇ ਫਿਰ ਅਸੀਂ ਉਹ ਚੀਜ਼ਾਂ ਖਾਣੇ। ਸਾਡਾ ਰੱਬ ਨੂੰ ਪਤਾ ਸੀ ਕਿ ਇਨਸਾਨ ਜਿਹੜਾ ਹੈ ਨਾ ਕੁਰਾਨ ਦੇ ਵਿੱਚ ਅੱਲਾਹ ਤਾਲਾ ਫਰਮਾਇਆ ਕਮੀਨਾ ਸਾਬਤ ਹੋਇਆ, ਨਾ ਫਰਮਾਨ ਸਾਬਤ ਹੋਇਆ। ਤੇ ਫਿਰ ਜੋ ਸ਼ੈਤਾਨ ਦੇ ਆਖੇ ਲੱਗਣਾ ਸਿਫਤ ਹੈਗੀ ਕਿ ਅੱਲਾਹ ਦੇ ਆਖੇ ਲੱਗਣਾ ਸੀ। ਅੱਲਾਹ ਦੇ ਆਖੇ ਲੱਗੋਗੇ, ਅੱਲਾਹ ਤਾਲਾ ਤੁਹਾਨੂੰ ਅਜਰ ਦੇਗਾ, ਤੁਹਾਡੀ ਸਿਹਤ ਰਹੇਗੀ, ਰੰਗ ਲਾਲ ਰਹੇਗਾ, ਨੂਰਾਨੀ ਚਿਹਰਾ ਹੋਏਗਾ। ਤੇ ਸਿਗਰਟ ਪੀਣ ਵਾਲੇ ਦਾ ਚਿਹਰਾ ਇਸ ਤਰ੍ਹਾਂ ਦਾ ਹੋਏਗਾ, ਦਰ ਦਰ ਮਲਕ ਇਹ ਚਿਹਰਾ ਹੁੰਦਾ ਵੀ ਲਾਏ ਸਿਗਰਟ ਪੀਣਾ ਕੀ ਮਤਲਬ ਹੈ, ਕੀ ਮੇਰਾ ਮਕਸਦ ਹੈਗਾ? ਫੇਫੜੇ ਖਰਾਬ ਕਰਨ ਤੋਂ ਇਲਾਵਾ ਜਾਂ ਦਿਲ ਦਾ ਦੌਰਾ ਪੈਣ ਤੋਂ ਇਲਾਵਾ ਕੀ ਇਹਦਾ ਫਾਇਦਾ ਹੈ? ਇਹ ਹੀ ਫਾਇਦਾ ਹੈ ਕਿ ਦਿਲ ਦਾ ਦੌਰਾ ਪੈਂਦਾ ਛੇਤੀ ਮਰ ਜਾਂਦਾ ਮਨ। ਜਿਹੜੇ ਬੰਦੇ ਨੇ ਉਮਰ ਜੀਣੀ ਹੈ ਨਾ ਸਿਗਰਟ ਪੀਣ ਤੋਂ ਬਗੈਰ, ਉਹ 70-80 ਤੇ ਜਾਏਗਾ। ਜਿਹਨੇ ਸਿਗਰਟ ਪੀਣੇ ਨੂੰ 50 ਤੋਂ ਨਹੀਂ ਟੱਪਣ ਲੱਗਾ। ਜਰਮਨੀ ਦੇ ਲੋਕ ਜਿਹੜੇ ਨੇ ਉਹਨਾਂ ਤੋਂ ਦਾਦੇ ਨੇ, ਉਹਨਾਂ ਨੇ ਜਿੰਨਾ ਵੀ TMA ਨੇ ਨਾ ਸਾਰਾ ਮੁਸਲਿਮ ਕਮੇਟੀਆਂ ਨੇ, ਸਾਰੇ ਇਲਾਕੇ ਦੇ ਨਾਂ ਦਰਜ ਨੇ ਉਹਨਾਂ ਨੇ ਸੁਬਹ ਵਰਦਿਸ਼ ਕਰਨੀ ਹੈ। ਜਿਹਨੇ ਨਹੀਂ ਕਰਨੀ, ਡਾਕਟਰ ਦਾ ਸਰਟੀਫਿਕੇਟ ਹੋਣਾ, ਬਿਮਾਰ ਹੈ ਜਾਂ ਜ਼ਰੂਰੀ ਕੰਮ ਪੈ ਗਿਆ, ਐਮਰਜੈਂਸੀ ਜਾਣਾ ਪੈ ਗਿਆ, ਉਹ ਨਹੀਂ, ਉਹ ਵੀ ਜਾ ਕੇ ਛੁੱਟੀ ਲਏਗਾ। ਇਹ ਐਕਸਰਸਾਈਜ਼ ਜ਼ਰੂਰੀ ਹੈ, ਸੁਬਹ ਉੱਠਣਾ ਜ਼ਰੂਰੀ ਹੈ। ਉੱਥੇ ਵੇਖ ਲਓ 6 ਵਜੇ ਸੜਕਾਂ ਬਹਾਲ, ਇੰਝ ਲੋਕੀ ਆਉਂਦੇ ਜਾਂਦੇ ਨੇ, ਸਰਗੀ ਉੱਠਦੇ ਨੇ, ਕੰਮ ਤੇ ਜਾਂਦੇ ਨੇ, ਅੱਲਾ ਦੀ ਇਬਾਦਤ ਕਰਦੇ ਨੇ ਸੁਬਹ। ਇੱਥੇ 5% ਬੰਦੇ ਵੀ ਨਹੀਂ ਉੱਠਦੇ ਸੁਬਹ। ਤਾਂ ਹੀ ਬਿਮਾਰੀਆਂ ਨੇ, ਜ਼ਿਆਦਾ ਬਿਮਾਰੀਆਂ ਨੇ, ਪੇਟ ਵੱਧ ਗਏ ਨੇ, ਟੁਰਿਆ ਜਾਂਦਾ ਨਹੀਂ, ਗੋਡੇ ਪੀੜ ਹੁੰਦੇ ਨੇ, ਜੋ ਬਿਮਾਰ ਕੇ ਬਹਿ ਰਹਿੰਦੇ ਨੇ। ਤੇ ਰਾਤੀ ਸੁੱਤਿਆ ਮੇਰੇ ਕੋਲ ਮੂੰਹ ਖੁੱਲ੍ਹਾ ਰਹੇ, ਸਿਗਰਟ ਪੀਣ ਨਾਲ ਮੂੰਹ ਖੁੱਲ੍ਹਾ ਰਹਿੰਦਾ, ਬੰਦ ਨਹੀਂ ਰਹਿੰਦਾ। ਸਾਹ ਜੀ ਤੁਸੀਂ ਸਿੱਟਾਂ ਵਾਲੇ ਪਾਸੇ ਸਾਨੂੰ ਲੈਂਦੇ, ਸਾਨੂੰ ਕਬੂਤਰ ਬਣਾਉਣ ਦੀ ਇਜਾਜ਼ਤ ਸਿਹਤ ਦਿਓ। ਵੀ ਤਾਂ ਬਣਾਣੀ ਨਾ, ਹੁਣ ਸਿਹਤਮੰਦ ਹੋਏਗਾ ਕਬੂਤਰ ਬਾਜ ਤਾਂ ਮਰੇਗਾ ਨਾ, ਮਿਹਨਤ ਕਰੇਗਾ, ਡਾਏਗਾ ਕਬੂਤਰ। ਜੋੜਾ ਲਾਣਾ ਹੋਵੇ ਅਗਰ, ਜੋੜਾ ਲਾਉਣਾ ਜਿਹੜੇ ਹੋਏਗਾ ਤਾਂ ਕਬੂਤਰ ਸਬਕ ਲਵੋ, ਉਹ ਲੈ ਲੈਣੇ, ਉਹਦੇ ਨਾਰੇ ਕਿ ਛੱਡੇ ਮਾਦੀ ਛੱਡ। ਜੋੜਾ ਲੱਗ ਜਾਏ। ਜਾਂ ਦੋਨੋਂ। ਪਰ ਛੱਡਣਾ ਉਹ ਹੋਵੇ ਜਿਹੜੇ ਪਤਾ ਹੋਵੇਗਾ ਕਿ ਹੈ ਨੇ ਕਬੂਤਰ ਨੇ। ਸਾਹ ਜੀ ਜੋੜਾ ਲਾਣਾ, ਪਰਾਂ ਦੀਆਂ ਗੱਲਾਂ ਨਹੀਂ ਮੈਂ ਪੁੱਛਦਾ, ਕੁਝ ਨਹੀਂ ਕਰਨਾ। ਜੋੜ ਦੇ ਉੱਪਰ ਕੀ ਕਹਿੰਦੇ, ਕਬੂਤਰ ਦਾ ਜੋੜ ਕੈਸਾ ਹੋਣਾ ਚਾਹੀਦਾ? ਕਿਆ ਜੋੜ ਦਾ ਗਰਮੀ ਦੇ ਨਾਲ, ਤਪਸ਼ ਨਾਲ, ਵਾਪਸੀ ਨਾਲ ਤਲਕ ਹੈ? ਜੋੜ ਚੰਗੇ ਹੀ ਹੁੰਦੇ ਆ ਜਿਹੜੇ ਬਰੀਡਰ ਕਬੂਤਰ, ਉੱਡਣ ਵਾਲੇ ਕਬੂਤਰ ਨੇ ਨਾ ਜੀ, ਉਹਨਾਂ ਦੇ ਜੋੜ ਦੇ ਕੱਸੇ ਹੀ ਹੁੰਦੇ ਨੇ। ਅੱਛਾ ਜੀ। ਉਹ ਐਡਾ ਜੋੜ ਖੁੱਲਦਾ ਕਿਉਂ ਹੈ? ਹਾਂਜੀ, ਵਜ੍ਹਾ ਕੀ ਹੁੰਦੀ? ਭੈੜਾ ਕਬੂਤਰ ਉਹ ਵੀ ਨਹੀਂ ਹੁੰਦਾ, ਅੱਛਾ ਜੀ। ਜੋੜ ਤਾਂ ਕੋਈ ਨਹੀਂ ਬਰੀਡ ਹੋ ਕੇ ਖੁੱਲਦਾ। ਜੋੜ, ਚੈਂਪੀਅਨ ਜੋੜ ਦੀ ਸ਼ੇਪ ਕੀ ਹੈ ਤੁਹਾਡੀ ਨਜ਼ਰ ਦੇ ਵਿੱਚ? ਚੈਂਪੀਅਨ ਦੀ ਸ਼ੇਪ ਆਂਦੀ ਹੈ ਜਿਵੇਂ ਮਤਲਬ ਸਾਡੀ ਚੀਚੀ ਦੀ ਉਂਗਲੀ ਛੋਟੀ ਜਿਹੀ, ਹਾਂਜੀ, ਇੰਝ ਕਰਕੇ ਪਿੱਛੋਂ ਕੱਟਾ ਹੈ। ਅੱਛਾ ਜੀ। ਤੇ ਨਰਮ ਉਂਗਲੀ ਲਾਓ ਤੇ ਇੰਝ ਲਿਖ ਜਾਵੇ, ਹੂੰ, ਉਹ ਵੀ ਪਰਫੈਕਸ਼ਨ ਹੁੰਦੀ ਹੈ ਜੋੜ ਦੀ। ਅੱਛਾ ਜੋੜ ਉਹਨੂੰ ਗਿਣਿਆ ਜਾਂਦਾ। ਭੈੜੇ ਜੋੜ ਉਦੋਂ ਹੁੰਦੇ ਨੇ ਜਦੋਂ ਤੁਸੀਂ ਇਹਨੂੰ ਬਰੀਡ ਕਰ ਦੋ, ਆਪਸ ਵਿੱਚ ਲਾ ਲਾ। ਜੋੜ ਛੋਟਾ ਹੋਣਾ ਚਾਹੀਦਾ ਕਿ ਨਹੀਂ? ਛੋਟਾ ਕਿ ਸਾਈਜ਼ ਦੇ ਛੋਟੇ ਹੁੰਦੇ ਕਿ ਲੰਬੇ ਹੁੰਦੇ ਨੇ, ਥੱਲੇ ਨੂੰ ਹੁੰਦੇ ਨੇ, ਬੰਦ ਹੁੰਦੇ ਨੇ? ਨਹੀਂ, ਇਹ ਬਰੀਕ ਹੀ ਹੋਣਾ ਚਾਹੀਦਾ ਨਾ। ਉਹਦੇ ਦੋਵੇਂ ਜੋੜ ਜਿਹੜੇ ਆਪਸ ਵਿੱਚ ਜਾ ਕੇ ਮਿਲਦੇ ਨੇ, ਬਰੀਕ ਹੋਣ ਬਿਲਕੁਲ। ਹੂੰ, ਜਿਵੇਂ ਮਾਚਸ ਦੀ ਤੀਲੀ ਦੇ ਅੱਗੇ ਲੱਗੀ ਹੁੰਦੀ ਮਸਾਲਾ ਇੰਨੀ ਤੀਲੀ ਤੋਂ ਮੁਰਾਦ ਸਾਹ ਜੀ ਇਹ ਕਬੂਤਰਾਂ ਦੀਆਂ ਤੀਲੀਆਂ ਦੇ ਬੜੀਆਂ ਚੀਜ਼ਾਂ ਅਸੀਂ ਦੇਖਦੇ ਹਾਂ। ਤੇ ਬਰੀਡਰ ਕਬੂਤਰ, ਪ੍ਰਵਾਸੀ ਕਬੂਤਰ ਜਿਹੜਾ ਹੈ ਨਾ ਆਪਣੇ ਮੂੰਹ ਤੋਂ ਪਛਾਣਿਆ ਜਾਂਦਾ ਹੈ। ਉਹਦਾ ਚਿਹਰਾ ਜਿਹੜਾ ਹੁੰਦਾ ਹੈ ਉਹਦੀ ਸਾਰੀਆਂ ਸਿਫਤਾਂ ਬਿਆਨ ਕਰਦਾ, ਬਾਅਦ ਹੀ ਬਾਕੀ ਚੀਜ਼ਾਂ ਬਾਅਦ ਵਿੱਚ ਆਉਂਦੀਆਂ। ਚਿਹਰੇ ਦੀ ਸਿਫਤ ਕੀ ਕਹਿੰਦੇ ਹੋ? ਚਿਹਰਾ ਜਿਹੜਾ ਹੈ ਨਾ ਉਹਦਾ ਟੇਪਰ ਹਾਰ ਹੋਏ, ਮੂੰਹ
ਕਬੂਤਰ ਦਾ ਲੰਬਾ ਹੋਵੇ। ਬਰੀਕ ਚੁੰਝ ਲੰਮਾ ਥੋੜਾ ਨਾਸਾ ਥੋੜ੍ਹਾ ਜਿਹਾ ਨੱਕ ਜਿਹੜਾ ਨਾ ਥੋੜਾ ਬਹੁਤਾ ਨਜ਼ਰ ਆਉਣਾ ਚਾਹੀਦਾ, ਲੋਕੀ ਨੱਕ ਨੂੰ ਘੱਟ ਪਸੰਦ ਕਰਦੇ ਤੇ ਬਰੀਕ ਹੋਏ ਨਾਸਾ ਨਹੀਂ ਹੋਣੀ ਕਿ ਇਹ ਇਹਨਾਂ ਦਾ ਮੀਟਰ ਹੈ ਸੁਣਨ ਦੀ ਸਲਾਹੀਅਤ ਇਹਨਾਂ ਦੀ। ਇਹ ਜਿੰਨਾ ਜ਼ਿਆਦਾ ਹੋਏਗਾ ਕਬੂਤਰ ਵਾਪਸੀ ਉਨੀ ਅੱਛੀ ਹੋਏਗੀ ਤੇ ਜਿੰਨਾ ਇਹਦਾ ਬਰੀਕ ਹੋਏਗਾ ਘੱਟ ਹੋਏਗਾ ਉਨੀ ਜਾਣ ਦੀ ਰੇਸ਼ੋ ਜ਼ਿਆਦਾ ਹੋਏਗੀ। ਅੱਛਾ ਸਾਜ ਜੀ, ਕੁਝ ਲੋਕ ਕਹਿੰਦੇ ਸਾਡੇ ਸ਼ਹਿਰ ਦੇ ਵਿੱਚ ਗਰਮੀ ਬੜੀ ਪੈਂਦੀ ਹੈ, ਲਿਹਾਜ਼ਾ ਅਸੀਂ ਸਵੇਰ ਕਬੂਤਰ ਉਡਾਣ ਤੋਂ ਪਹਿਲੇ ਉਹਨਾਂ ਨੂੰ ਪਲਟਾ ਦਈਦਾ। ਪਲਟਾਉਣ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਕਿ ਕਬੂਤਰ ਨੂੰ ਪਲਟਾਉਣਾ ਚਾਹੀਦਾ ਕਿ ਨਹੀਂ ਪਲਟਾਉਣਾ ਚਾਹੀਦਾ? ਜਿਹੜਾ ਕਬੂਤਰ ਫਿੱਟ ਨਹੀਂ ਹੈਗਾ ਦਾਣਾ ਨਹੀਂ ਹੋਏਗਾ ਉਹਨੂੰ ਪਲਟਾਇਆ ਜਾਊਗਾ। ਇੱਧਰ ਯਾਰ ਬੇਟਾ ਜ਼ਰਾ ਤਵੱਜੋ ਕਰ। ਜਿਹੜਾ ਫਿੱਟ ਨਹੀਂ ਉਹਨੂੰ ਉਲਟਾ ਸਕਦਾ ਬੰਦਾ। ਅੱਛਾ ਜੀ। ਜਿਹੜਾ ਫਿੱਟ ਜਿੰਨਾ ਖਿੱਚ ਲਿਆ ਦਾਣਾ ਉਹਨੂੰ ਪਲਟਾਉਣ ਦਾ ਨਹੀਂ ਤੇ ਜੇ ਥੋੜਾ ਬਹੁਤਾ ਹੈ ਗਰਮੀ ਦਾ। ਥੋੜਾ ਬਹੁਤਾ ਨਹੀਂ ਹੁੰਦਾ, ਜਿਹੜਾ ਖਿੱਚਦਾ ਉਹ ਖਿੱਚ ਜਾਂਦਾ, ਉੱਡ ਕੇ ਵੀ ਖਿੱਚ ਜਾਂਦਾ। ਉਲਟਾ ਕੇ ਉਹਨਾਂ ਦੇ ਕਬੂਤਰਾਂ ਦੀਆਂ ਪੋਟਾਂ ਜ਼ਖਮੀ ਤੁਸੀਂ ਕਰਨੀਆਂ ਨੇ। ਹਾਂਜੀ ਕਰੀ ਜਾਓ। ਜਿਹੜੇ ਬੰਦੇ ਪਲਟਾ ਕੇ ਢਾਂਦੇ ਨੇ ਨਾ ਉਹ ਕਦੀ ਚੈਂਪੀਅਨ ਨਹੀਂ ਹੋਏ। ਹਾਏ ਲੋ ਜੀ ਦੋਸਤੋ, ਆਹ ਮੈਂ ਗੱਲ ਉਸਤਾਦ ਦੇ ਮੂੰਹ ਕਢਾਉਣੀ ਸੀ ਜਿਹੜੀ ਕਿ ਮੈਂ ਕਾਮਯਾਬ ਹੋ ਗਿਆ। ਬੜੇ ਬੜੇ ਦੋਸਤ ਨੇ ਐਸੇ ਨੇ, ਸ਼ਹਿਰਾਂ ਦੇ ਸ਼ਹਿਰ ਨੇ, ਪਲਟਾਇਆ ਬਗੈਰ ਕਬੂਤਰ ਨਹੀਂ ਛੱਡਦੇ। ਉਸਤਾਦ ਉਹਨਾਂ ਨੇ ਗੱਲ ਕਹੀ, ਇਹ ਗੱਲ ਹੋਰ ਵੀ ਚੈਂਪੀਅਨ ਬੰਦਾ ਕਹਿੰਦਾ, ਸਾਡਾ ਦੋਸਤ ਤੇ ਫੈਸਲਾਬਾਦ ਰਾਣਾ ਮੁੰਨਾ, ਉਹ ਵੀ ਇਹ ਗੱਲ ਕਹਿੰਦਾ ਕਿ ਕਬੂਤਰ ਪਲਟਾਉਣ ਵਾਲਾ ਕਦੀ ਜਿੱਤ ਨਹੀਂ ਸਕਦਾ, ਬਲਕਿ ਉਹ ਤਾਂ ਇਹ ਵੀ ਕਹਿੰਦਾ ਕਿ ਮੈਂ ਪਲਟਾਉਣ ਵਾਲੇ ਤੇ ਜਨਾਜ਼ੇ ਨਾਲ ਵੀ ਨਹੀਂ ਜਾਣਾ। ਉਹ ਸਾਡੀ ਕੀ ਵਜ੍ਹਾ ਲਾਜੀ ਕੀ? ਉਹ ਵੀ ਜਿਹੜਾ ਹੈ ਨਾ ਉਹ ਉਸਤਾਦ ਸੌਦਰ ਕੋਲ ਬੈਠਾ ਹੈ, ਉਹ ਕੋਈ ਉਸਤਾਦਾ ਚੰਗਿਆਂ ਕੋਲ ਉਹਨੇ ਸਿੱਖ ਲਿਆ। ਹਾਂਜੀ ਜੀ ਜੀ ਜੀ, ਉਹਨੂੰ ਪਤਾ ਲੱਗਾ ਕੋਈ ਗੱਲਾਂ ਜੀ। ਉਹਦੀ ਵਜ੍ਹਾ ਤੋਂ। ਤੇ ਉਸਤਾਦ ਜੀ, ਜਿਹੜੇ ਕਬੂਤਰ ਗਰਮੀ ਦੇ ਵਿੱਚ ਜ਼ਿਆਦਾ ਉੜਦੇ ਆ, ਖੁਸ਼ਕ ਨਹੀਂ ਹੁੰਦੇ, ਕਬੂਤਰ ਦੀ ਖੁਸ਼ਕ ਦਾ ਔਰ ਤਰ ਦਾ ਔਰ ਮੁਲਾਇਮ ਦਾ ਕੀ ਪੈਰਾਮੀਟਰ ਹੈ ਤੁਹਾਡੇ ਹਿਸਾਬ ਨਾਲ? ਜਿਹੜੇ ਕਬੂਤਰ ਮਤਲਬ ਹੁਣ ਇਹ ਨਾ ਵੇਖੋ ਨਾ, ਹਾਂਜੀ ਇਹ ਹੈਗਾ ਨਾ ਇਹਦਾ ਨਜ਼ਰ ਆਂਦਾ ਖੂਨ, ਆ ਰਹੇ ਇਹਦੀ ਜਿਲਦ ਬਿਲਕੁਲ ਇੰਝ ਜਿਵੇਂ ਕਾਗਜ਼ੀ ਕਾਗਜ਼ੀ। ਕਾਗਜ਼ ਤੋਂ ਵੀ ਬਰੀਕ ਹੈ। ਇਹ ਹਾਂਜੀ। ਜਿਲਦ ਹੋਣੀ ਚਾਹੀਦੀ ਹੈ, ਇਹਨਾਂ ਨੂੰ ਗਰਮੀ ਨਹੀਂ ਲੱਗਦੀ। ਜਿਹੜੇ ਕਬੂਤਰ ਦੀ ਚਮੜੀ ਸਖਤ ਹੋਏਗੀ, ਹਾਰਡ ਹੋਏਗੀ, ਥੱਲੇ ਖੂਨ ਨਜ਼ਰ ਨਹੀਂ ਆਣਾ, ਉਹ ਖੁਸ਼ਕ ਕਬੂਤਰ ਹੁੰਦੇ ਨੇ, ਉਹ ਉੱਡਦੇ ਵੀ ਨਹੀਂ। ਡੇਢ ਜਾ ਕੇ ਲੰਮੇ ਪੈ ਕੇ ਮਾਰ ਕਰਕੇ 10 ਵਜੇ 11 ਠੰਡੇ ਮੌਸਮ ਵਿੱਚ ਉੱਡ ਜਾਣਗੇ, ਗਰਮੀ ਚ ਨਹੀਂ ਉੱਡਦੇ। ਗਰਮੀ ਚ ਨਹੀਂ ਉੱਡਣਗੇ। ਤੁਲੇ ਇਧਰੋਂ ਉੱਡ ਲਿਆ, ਇਹ ਕਿਹੜਾ ਉੱਤੋਂ ਲਿਆਂਦਾ ਸੁਰਖਾਈ, ਇਹ ਗ੍ਰੇਡ ਇਹ ਕਲਰ ਵਹਾ ਯਾਰ ਲੋਕਾਂ ਨੂੰ ਪਲਕਾਂ ਵਹਾ ਸਾਡੇ ਕਬੂਤਰਾਂ ਦੀਆਂ। ਲੋਕੀ ਐਵੇਂ ਐਵੇਂ ਲਾਲ ਪੀਲਾ ਕਰਦੇ ਨੇ, ਉਹਨਾਂ ਨੂੰ ਆਖਾ ਇਹੋ ਜਿਹੇ ਵਹਾਓ ਤਾਂ ਸੀ ਪਹਿਲਾਂ, ਲਾਲ ਪੀਲੇ ਵਹਾਓ ਤਾਂ ਸੀ ਅੱਜ ਦੇ। ਹਾਂ ਲਾਲ ਬੁਲੀਆਂ ਅੱਖਾਂ ਅੱਖ ਬੜੀ ਬਦਮਾਸ਼ ਬੇਲੀਆ ਤੇਰੀ ਵੇ। ਇੰਝ ਕਹਿੰਦਾ ਜਿਵੇਂ ਮੈਡਮ ਨੇ ਸੁਰਖੀ ਲਾਈ ਹੁੰਦੀ ਏ ਆਏ ਹਾਏ। ਅੱਖਾਂ ਦੇ ਉੱਤੇ, ਵੇਖ ਕੁਦਰਤੀ ਸੁਰਖੀ ਲੱਗੀ ਹੈ। ਹਾਂਜੀ ਇਹੋ ਜਿਹੇ ਪਲਕਾਂ ਦੇ ਲੱਭਦੇ ਹੀ ਨਹੀਂ ਹੈ। ਤੁਹਾਡੇ 골ਡਨ ਮੋਲਡ ਸੜ ਦੂਜਾ ਜਿਵੇਂ ਨਹੀਂ ਨਜ਼ਰ ਆਉਂਦੀ, ਹੈ ਹੀ ਨਹੀਂ ਕਿਤੇ। ਇਹਦੇ ਚ ਗਰੇ ਤੇ ਸ਼ਰਮੀਲਾ ਕਰਾ ਚ ਇਹ ਚੁੰਝ ਦੀ ਨੋਕ ਜਿਹੜੀ ਹੈ ਨਾ ਸਾਡੇ ਕਬੂਤਰਾਂ ਦੀ, ਜਿਹੜਾ ਵੀ ਤੈਨੂੰ ਵਹਾਵਾਂ ਕਾਲਾ ਪੀਲਾ ਹਰਾ ਨੀਲਾ ਚਿੱਟਾ, ਇਹ ਨੋਕ ਦੇ ਕਾਲਾ ਖਾਏਗੀ। ਇਹ ਜਿਹੜੀ ਇਹ ਨੋਕ ਹੈ ਨਾ, ਇਹ ਵੱਡਾ ਕਬੂਤਰ ਦੇ ਚੈੱਕ ਦਾ ਫੋਟੋ ਵੀ ਤਾਂ ਖਿੱਚੀ ਹੋਣੀ, ਉਹਦੀ ਨੋਕ ਇੰਜ ਦੀ ਹੈ ਨਾ, ਇੰਜ ਦੀ ਹੈ। ਇਹ ਸਾਰੇ ਕਬੂਤਰ ਇੰਜ ਦੀ ਨੋਕ ਕੱਢਣਗੇ, ਭਾਵੇਂ ਜਿਹੜੇ ਕਲਰ ਚ ਮਰਜ਼ੀ ਹੋਣ। ਬਹੁਤ ਖੂਬ ਜੀ ਉਸਤਾਦ ਜੀ। ਫੇਰ ਇੱਕ ਵਾਰੀ ਦਰਸ਼ਨ ਕਰਾਓ, ਬਿਸਮਿਲ੍ਲਾ। ਕਲੋਜ਼ ਕਰ ਲਓ। ਵਾਹ, ਇਹ ਤਾਂ ਜ਼ਮੀਨ ਅੱਖ ਦੀ, ਦੂਸਰੀ ਅੱਖ ਵੀ ਚੈੱਕ ਕਰਾਓ। ਸ਼ੇਪ ਸਾਰਾ ਤਾਂ ਮੂੰਹ ਨਜ਼ਰ ਆਉਂਦਾ, ਲੰਬਾਈ ਮੂੰਹ ਜੀ ਬਿਲਕੁਲ ਆ ਰਿਹਾ, ਇੰਨੀ ਮੂੰਹ ਦਾ ਨਜ਼ਰ ਆਉਂਦੇ ਚੱਲੇ। ਬਹੁਤ ਅੱਛੀ ਜੀ, ਮਾਸ਼ਾਅੱਲਾ।